ਜੀ ਆਇਆਂ ਨੂੰ ਖੁਸ਼ਾਮਦੀਦ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਮੈਡੀਕਲ ਜਾਂ ਨਾਨ ਮੈਡੀਕਲ 10 ਤੋਂ ਬਾਅਦ ਆਪਟ ਕਰਦੇ ਹੋ ਤਾਂ ਕਰੀਅਰ ਦੇ ਵਿੱਚ ਬਹੁਤ ਸਾਰੀ ਆਪਸ਼ਨਸ ਨੇ, ਪਰ ਆਰਟਸ ਤੋਂ ਬਾਅਦ ਕੀ ਕਰਨਾ ਹੈ ਇਸ ਨੂੰ ਲੈ ਕੇ ਕਈ ਵਾਰ ਕਲੈਰਿਟੀ ਨਹੀਂ ਹੁੰਦੀ। ਪਰ ਆਰਟਸ ਤੋਂ ਬਾਅਦ ਵੀ ਤੁਸੀਂ ਲਾਅ, ਬਿਜ਼ਨਸ ਮੈਨੇਜਮੈਂਟ, ਹੋਟਲ ਮੈਨੇਜਮੈਂਟ, ਜਰਨਲਿਜ਼ਮ, ਫੈਸ਼ਨ ਡਿਜ਼ਾਈਨਿੰਗ, ਗ੍ਰਾਫਿਕ ਡਿਜ਼ਾਈਨਿੰਗ ਵਰਗੇ ਅਨੇਕਾਂ ਹੀ ਪ੍ਰੋਫੈਸ਼ਨਸ ਆਪਟ ਕਰ ਸਕਦੇ ਹੋ। ਪਰ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਖਾਸ ਤੌਰ ਤੇ ਗੱਲ ਕਰਨ ਵਾਲੇ ਹਾਂ ਵਕਾਲਤ ਯਾਨੀ ਲਾਅ ਦੇ ਬਾਰੇ। ਤੇ ਸਾਡੇ ਨਾਲ ਚੰਡੀਗੜ੍ਹ ਤੋਂ ਬਹੁਤ ਹੀ ਮਸ਼ਹੂਰ ਐਜੂਕੇਟਰ ਤੇ ਚੇਤਨ ਭਾਰਤ ਲਰਨਿੰਗ ਦੇ ਡਾਇਰੈਕਟਰ ਨੇ ਮਿਸਟਰ ਚੇਤਨ ਸ਼ਰਮਾ। ਚੇਤਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਫॉर ਕਾਲਿੰਗ ਮੀ ਓਵਰ ਦਿਸ। ਤੇ ਆਈ ਹੋਪ ਕਿ ਅੱਜ ਦੇ ਸੈਸ਼ਨ ਤੋਂ ਬਾਅਦ ਜਿੰਨੇ ਵੀ ਵਿਦਿਆਰਥੀ ਵਕਾਲਤ ਕਰਨਾ ਚਾਹੁੰਦੇ ਨੇ, ਲਾਅ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਬਹੁਤ ਹੈਲਪ ਮਿਲੂਗੀ। ਬਿਲਕੁਲ, ਮੈਨੂੰ ਲੱਗਦਾ ਕਿ ਹੁਣ ਤੱਕ ਦੇ ਜਿੰਨੇ ਵੀ ਐਪੀਸੋਡ ਹੋਏ ਨੇ ਉਸ ਦੇ ਜ਼ਰੀਏ ਸਾਡੀ ਕੋਸ਼ਿਸ਼ ਰਹੀ ਹੈ ਕਿ ਜ਼ਿਆਦਾ ਜੋ ਕਲੈਰਿਟੀ ਆਫ ਥਾਟ ਹੈ ਉਹ ਸਟੂਡੈਂਟਸ ਦੇ ਵਿੱਚ ਜ਼ਰੂਰ ਆਵੇ। ਤੇ ਤੁਹਾਨੂੰ ਵੀ ਧੰਨਵਾਦ ਹੈ ਕਿ ਵੱਖਰੇ ਵੱਖਰੇ ਟੌਪਿਕ ਦੇ ਉੱਤੇ ਤੁਸੀਂ ਲੋਕਾਂ ਨੂੰ ਚਾਨਣਾ ਜਿਹੜਾ ਉਹ ਪਾ ਰਹੇ। ਹਾਂਜੀ, ਤੁਸੀਂ ਮੰਨੋਗੇ ਕਿ ਜਿਹੜਾ ਅਸੀਂ ਫੋਨ ਫਲੈਸ਼ ਕਰਦੇ ਹਾਂ ਉਸ ਦੇ ਉੱਤੇ ਪੰਜਾਬ ਦੇ ਵਿੱਚੋਂ ਸਾਨੂੰ ਇੰਨੇ ਕਾਲਸ ਆਈਆਂ ਕੋਡ ਲੈਬਸ ਤੋਂ ਰਿਲੇਟਡ, ਵਿਚ ਮੀਨਸ ਕਿ ਇੱਕ ਨਵੀਂ ਜੀ ਚੀਜ਼ ਹੈਗੀ ਹੈ ਜਿਹੜੀ ਪੰਜਾਬ ਦੇ ਲੋਕੀ ਜਿਨ੍ਹਾਂ ਨੂੰ ਐਕਸਪੋਜ਼ਰ ਨਹੀਂ ਸੀਗਾ, ਪਰ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਸਕੂਲ ਦੇ ਬੱਚਿਆਂ ਨੂੰ ਵੀ ਅਸੀਂ ਕੋਡਿੰਗ ਕਰਾ ਸਕਦੇ ਹਾਂ ਤੇ ਉਹਦਾ ਕੀ ਫਿਊਚਰ ਦੇ ਵਿੱਚ ਬੈਨੀਫਿਟ ਹੋਏਗਾ। ਤਾਂ ਆਫ ਕੋਰਸ ਹਾਂਜੀ, ਮਤਲਬ ਬੱਚਿਆਂ ਦਾ ਪੋਜ਼ਿਟਿਵ ਰਿਸਪੌਂਸ ਆ ਰਿਹਾ। ਅਸੀਂ ਵੈਸੇ ਹੀ ਕਹਿ ਚੁੱਕੇ ਹਾਂ ਕਿ 2030 ਦੇ ਵਿੱਚ ਇਹ ਜਿਹੇ ਐਪੀਸੋਡ ਜਦ YouTube ਤੇ ਜਾਂ ਹੋਰ ਬਾਕੀ ਪਲੇਟਫਾਰਮ ਤੇ ਵੇਖਿਆ ਜਾਏਗਾ ਉਦੋਂ ਲੋਕ ਯਾਦ ਕਰਨਗੇ ਕਿ ਇਹਨਾਂ ਨੇ 21-22 ਚ ਇਹੋ ਜਿਹੀ ਗੱਲ ਕੀਤੀ ਸੀ। ਹਾਂਜੀ। ਖੈਰ ਸਰ, ਸ਼ੁਰੂਆਤ ਤੇ ਇੱਥੋਂ ਕਰਨਾ ਚਾਹਾਂਗਾ ਕਿ +2 ਤੋਂ ਬਾਅਦ ਲਾਅ ਕਰਕੇ ਕਰੀਅਰ ਦੇ ਹਿਸਾਬ ਨਾਲ ਕਿਹੜੇ ਐਵਨਿਊਜ਼ ਓਪਨ ਹੁੰਦੇ ਨੇ? ਸਰ, +2 ਤੋਂ ਬਾਅਦ ਲਾਅ ਕਰਕੇ ਬਹੁਤ ਸਾਰੇ ਐਵਨਿਊਜ਼ ਨੇ। ਨਾਰਮਲੀ ਸਾਡੇ ਦਿਮਾਗ ਦੇ ਵਿੱਚ ਇੱਕ ਇਮੇਜ ਬਣੀ ਹੋਈ ਹੈ ਵੀ ਵਕਾਲਤ ਕਰਕੇ ਬੰਦਾ ਮਿੱਟੀ ਕੱਟੇ ਵਾਲੀ ਕਚਹਿਰੀਆਂ ਦੇ ਵਿੱਚ ਸਟਰਗਲ ਕਰਦਾ ਤੇ ਉਨੇ ਕੁ ਪੈਸੇ ਕਮਾ ਲੈਂਦਾ ਜਿਹਦੇ ਵਿੱਚ ਉਹਦੀ ਰੋਜੀ ਰੋਟੀ ਚੱਲਦੀ ਰਹਿੰਦੀ ਹੈ। ਆਪਾਂ ਕਈ ਮੂਵੀਜ਼ ਵੀ ਵੇਖਦੇ ਹਾਂ, ਜੌਲੀ LLB ਵਰਗੀ, ਤੇ ਉੱਥੇ ਵੀ ਇਹੋ ਜਿਹੀ ਇਮੇਜ ਪੇਂਟ ਕੀਤੀ ਜਾਂਦੀ ਹੈ, ਪਰ ਇਹ ਸਹੀ ਨਹੀਂ ਹੈਗਾ। ਬੇਸਿਕਲੀ ਇਹ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਇੰਟਰਨੈਸ਼ਨਲ ਲਾਅ, ਕਾਰਪੋਰੇਟ ਲਾਅ, ਐਨਵਾਇਰਮੈਂਟਲ ਲਾਅ, ਇੰਟੈਲੈਕਚੁਅਲ ਪ੍ਰੋਪਰਟੀ ਲਾਅ, ਇਹਨਾਂ ਸਾਰੇ ਜਿਹੜੇ ਲਾਅਜ਼ ਨੇ ਇਹਨਾਂ ਤੋਂ ਰਿਲੇਟਡ ਇੰਨੇ ਨਵੇਂ ਕਰੀਅਰ ਦੇ ਐਵਨਿਊਜ਼ ਓਪਨ ਹੋਏ ਨੇ। ਜੇ ਮੈਂ ਨਾਮ ਦੇ ਤੌਰ ਤੇ ਜੇ ਤੁਹਾਨੂੰ ਮੈਂਸ਼ਨ ਕਰਾਂ, ਲੀਗਲ ਆਫਿਸਰ, ਆਰਬਿਟਰ, ਸਿਵਲ ਸਰਵਿਸ, ਜਿਹੜੀ ਸਿਵਲ ਸਰਵੈਂਟ ਜਿਹੜਾ ਬੰਦਾ ਬਣ ਸਕਦਾ ਲਾਅ ਕਰਕੇ, ਫੋਰੈਂਸਿਕ ਐਕਸਪਰਟ, ਲਾਅ ਫਰਮ ਐਡਮਿਨਿਸਟ੍ਰੇਟਰ, ਇਨ ਹਾਊਸ ਕਾਊਂਸਲ, ਲੀਗਲ ਕਰੀਅਰ ਕਾਊਂਸਲ, ਲਿਟੀਗੇਸ਼ਨ ਐਕਸਪਰਟ, ਮਤਲਬ ਇੰਨੀ ਸਾਰੀ ਵੈਕੈਂਸੀਜ਼ ਨੇ ਤੇ ਇੰਨੀ ਸਾਰੀਆਂ ਕੰਪਨੀਜ਼ ਨੇ ਜਿਹੜੀ ਚਾਹੁੰਦੀਆਂ ਨੇ ਕਿ ਬੱਚੇ ਲਾਅ ਕਰਨ ਤੇ ਸੋ ਦੈਟ ਕਿ ਉਹਨਾਂ ਨੂੰ ਹਾਇਰ ਕਰ ਸਕਣ। ਫੋਰ ਐਗਜ਼ਾਮਪਲ ਅਰਨਸਟ ਐਂਡ ਯੰਗ ਹੈ, HCL ਹੈ, ਰਿਲਾਇੰਸ ਹੈ, ਚੇਤਨ ਭਾਰਤ ਲਰਨਿੰਗ ਦੇ ਵਿੱਚ 2 ਲੀਗਲ ਐਕਸਪਰਟ ਕੰਮ ਕਰਦੇ ਨੇ ਤੇ ਸਾਡਾ ਤਾਂ ਕਿੰਨਾ ਹੈ ਕਿ ਛੋਟਾ ਜਿਹਾ ਦਾਇਰਾ ਹੈ। ਤਾਂ ਯੂ ਕੈਨ ਅੰਡਰਸਟੈਂਡ ਕਿ ਬਹੁਤ ਜ਼ਿਆਦਾ ਸਕੋਪ ਹੈਗਾ ਸਿਰਫ ਕਾਰਪੋਰੇਟ ਲਾਅ ਦੇ ਵਿੱਚ। ਉਸ ਤੋਂ ਬਾਅਦ ਕ੍ਰਿਮੀਨਲ ਲਾਅ ਵੱਖਰੀ ਚੀਜ਼ ਹੋ ਗਈ, ਫਿਰ ਜਿਹੜਾ ਤੁਸੀਂ ਐਡਵਾਈਸ ਦਿੰਦੇ ਹੋ ਉਹ ਵੱਖਰੀ ਚੀਜ਼ ਹੋ ਗਈ। ਤੇ ਇੱਕ ਜਿਹੜੀ ਖਾਸ ਚੀਜ਼ ਹੈ ਵਕਾਲਤ ਦੇ ਵਿੱਚ ਉਹ ਇਹ ਹੈ ਕਿ ਜੇ ਤੁਸੀਂ ਜੱਜ ਬਣਨਾ ਹੈ, ਜੁਡੀਸ਼ਰੀ ਤੁਸੀਂ ਜੇ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਅ ਜੱਜ, ਤਾਂ ਵੀ ਤੁਹਾਨੂੰ ਵਕਾਲਤ ਕਰਨੀ ਪੈਣੀ ਹੈ। ਜੇ ਤੁਸੀਂ ਸਿਵਲ ਸਰਵੈਂਟ ਬਣਨਾ ਹੈ ਤਾਂ ਵੀ ਤੁਹਾਨੂੰ ਬੈਨੀਫਿਟ ਰਹਿਣਾ ਹੈ ਵਕਾਲਤ ਕਰਕੇ। ਜੇ ਤੁਸੀਂ ਸਾਰਾ ਕੁਝ ਹੀ ਕਰਨਾ ਹੈ ਤਾਂ ਵੀ ਤੁਸੀਂ ਕਰ ਸਕਦੇ ਹੋ, ਇਨ ਦਾ ਸੈਂਸ ਕਿ ਮੈਂ ਆਪਣੀ ਲਾਈਫ ਦੇ ਵਿੱਚ ਪਹਿਲਾਂ ਐਜ਼ ਅ ਕਾਰਪੋਰੇਟ ਲਾਇਰ ਕੰਮ ਕਰ ਸਕਦਾ ਹਾਂ, ਫਿਰ ਮੈਂ ਐਜ਼ ਅ ਕ੍ਰਿਮੀਨਲ ਲਾਇਰ ਪ੍ਰਾਈਵੇਟ ਪ੍ਰੈਕਟਿਸ ਵੀ ਕਰ ਸਕਦਾ ਹਾਂ। ਉਸ ਤੋਂ ਬਾਅਦ ਜੇ ਮੈਨੂੰ ਲੱਗਦਾ ਹੈ ਕਿ ਨਹੀਂ ਯਾਰ ਮੈਂ ਤਾਂ ਨਾ ਜੁਡੀਸ਼ਰੀ ਦਾ ਐਗਜ਼ਾਮ ਕਲੀਅਰ ਕਰਕੇ ਜੱਜ ਬਣਨਾ ਹੈ, ਮੈਂ ਉਹ ਵੀ ਕਰ ਸਕਦਾ। ਸੋ ਬਹੁਤ ਜ਼ਿਆਦਾ ਸਕੋਪ ਹੈਗਾ ਲਾਅ ਦਾ ਤੇ ਮੇਰੇ ਹਿਸਾਬ ਨਾਲ ਹਰ ਉਹ ਬੱਚਾ ਜਿਹੜਾ 12ਵੀਂ ਦੇ ਵਿੱਚ ਵਕਾਲਤ ਕਰਨਾ ਚਾਹੁੰਦਾ ਹੈ ਉਹਨੂੰ ਚੰਗੀ ਤਰ੍ਹਾਂ ਤਿਆਰੀ ਕਰਕੇ ਬੈਸਟ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਹੈ। ਮੈਨੂੰ ਯਾਦ ਹੈ ਕਿ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਦਾ ਆਪਣਾ ਐਕਸਪੀਰੀਅੰਸ ਰਿਹਾ ਸੰਜੇ ਦੱਤ ਸਾਹਿਬ ਦਾ, ਪਰ ਉਹਨਾਂ ਨੇ ਜ਼ਰੂਰ ਕਿਹਾ ਸੀ ਕਿ ਤੁਹਾਨੂੰ ਆਪਣੀ ਕੰਟਰੀ ਦਾ ਲਾਅ ਜਿਹੜਾ ਹੈ ਉਹ ਜ਼ਰੂਰ ਪਤਾ ਹੋਣਾ ਚਾਹੀਦਾ। ਬਹੁਤ ਉਹ ਕਹਿੰਦਾ ਮੈਨੂੰ ਪਤਾ ਲੱਗਿਆ ਪਰ ਠੋਕਰਾਂ ਖਾ ਉਸ ਤਰੀਕੇ ਨਾਲ ਤਾਂ ਖੈਰ ਕਿਸੇ ਨੂੰ ਨਹੀਂ ਪਤਾ ਹੋਣਾ ਚਾਹੀਦਾ, ਪਰ ਇਹੀ ਤਰੀਕਾ ਬੈਟਰ ਹੈ ਵੀ 12ਵੀਂ ਕਰਕੇ ਬੱਚਾ ਕਲੈਟ ਦਾ ਪੇਪਰ ਦੇਵੇ ਤੇ ਫਿਰ ਉਹ ਲਾਅ ਕਰੇ। ਤੁਸੀਂ ਜ਼ਿਕਰ ਕੀਤਾ ਕਲੈਟ ਦਾ, ਕਲੈਟ ਯਾਨੀ ਕਾਮਨ ਲਾਅ ਐਡਮਿਸ਼ਨ ਟੈਸਟ। ਕਈਆਂ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਹੈ ਪਰ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਚਾਹਾਂਗਾ ਉਹਨਾਂ ਨੂੰ ਤੁਸੀਂ ਡਿਟੇਲ 'ਚ ਦੱਸੋ। ਹਾਂਜੀ, ਇਹ ਬੇਸਿਕਲੀ ਇੱਕ ਐਗਜ਼ਾਮ ਹੈ, ਜਿਵੇਂ ਕੰਪੀਟੀਟਿਵ ਐਗਜ਼ਾਮਸ ਹੁੰਦੇ ਨੇ ਸਾਰੇ ਕੰਪੀਟੀਸ਼ਨ ਦੇ, ਉੱਦਾਂ ਹੀ ਇੱਕ ਐਗਜ਼ਾਮ ਹੈ ਜਿਹੜਾ 12ਵੀਂ ਤੋਂ ਬਾਅਦ ਹੁੰਦਾ ਹੈ। ਭਾਵੇਂ ਬੱਚੇ ਨੇ ਆਰਟਸ ਲਿਆ ਹੋਇਆ ਜਾਂ ਕਾਮਰਸ ਲਿਆ ਸੀਗਾ 12ਵੀਂ 'ਚ, ਜਾਂ ਮੈਡੀਕਲ ਜਾਂ ਨਾਨ ਮੈਡੀਕਲ, ਕਿਸੇ ਵੀ ਸਟਰੀਮ ਦਾ ਬੱਚਾ, ਕਿਸੇ ਵੀ ਏਜ ਦਾ ਬੱਚਾ, ਭਾਵੇਂ ਉਹਨੇ 12ਵੀਂ 2 ਸਾਲ ਪਹਿਲਾਂ ਕੀਤੀ ਸੀ, 4 ਸਾਲ ਪਹਿਲਾਂ ਕੀਤੀ ਸੀ, ਉਹ ਇਸ ਪੇਪਰ ਦੇ ਵਿੱਚ ਅਪੀਅਰ ਕਰ ਸਕਦਾ ਹੈ। ਜਦੋਂ ਤੁਸੀਂ ਇਸ ਪੇਪਰ ਦੇ ਵਿੱਚ ਅਪੀਅਰ ਕਰਦੇ ਹੋ, ਡਿਪੈਂਡਿੰਗ ਔਨ ਯੋਰ ਸਕੋਰ, ਜਿੰਨੀਆਂ ਵੀ ਇੰਡੀਆ ਦੇ ਵਿੱਚ ਬੈਸਟ ਯੂਨੀਵਰਸਿਟੀਜ਼ ਨੇ ਲਾਅ ਦੀਆਂ, ਤਕਰੀਬਨ ਸਾਰੀਆਂ ਕਲੈਟ ਦੇ
ਸਕੋਰ ਦੇ ਉੱਤੇ ਐਡਮਿਸ਼ਨਸ ਪ੍ਰੋਵਾਈਡ ਕਰਦੀਆਂ ਨੇ, ਜਿਵੇਂ ਨਾਲਸਾ ਹੈਦਰਾਬਾਦ ਹੈਗਾ, NLU ਭੋਪਾਲ, NLU ਬੈਂਗਲੌਰ, NLU ਰਾਏਪੁਰ, ਮੁੰਬਈ ਦੀ ਜਿਹੜੀ ਲਾਅ ਯੂਨੀਵਰਸਿਟੀ ਹੈਗੀ ਹੈ, ਵਿਸ਼ਾਖਾਪਟਨਮ ਦੀ ਲਾਅ ਯੂਨੀਵਰਸਿਟੀ, ਆਪਣਾ ਇਹ ਨਾਰਸੀ ਮੁੰਜੀ ਹੋ ਗਿਆ ਜਿਹੜਾ ਕਾਲਜ ਹੋ ਗਿਆ, ਜਾਂ ਫਿਰ ਨਿਰਮਾ ਯੂਨੀਵਰਸਿਟੀ ਅਹਿਮਦਾਬਾਦ, ਜਿੰਨੀ ਵੀ ਬੈਸਟ ਯੂਨੀਵਰਸਿਟੀਜ਼ ਨੇ, ਇਹ ਉਹ ਯੂਨੀਵਰਸਿਟੀਜ਼ ਨੇ ਜਦੋਂ ਤੁਸੀਂ ਉੱਥੋਂ ਲਾਅ ਕਰਦੇ ਹੋ ਤੁਹਾਨੂੰ ਕੰਪਨੀਆਂ ਚੱਕ ਕੇ ਲੈ ਜਾਂਦੀਆਂ। 30 40 ਲੱਖ ਰੁਪਏ ਦੇ ਸਾਲ ਦੇ ਪੈਕੇजेस ਨੇ ਇਫ ਯੂ ਗੋ ਟੂ ਥੀਸ ਯੂਨੀਵਰਸਿਟੀਜ਼। ਸਾਡੀ ਕੰਟਰੀ ਦੇ ਵਿੱਚ ਇਸ ਚੀਜ਼ ਦੀ ਨੌਲੇਜ ਬਹੁਤ ਘੱਟ ਹੈ। ਜ਼ਿਆਦਾਤਰ ਤੁਸੀਂ ਦੇਖੋਗੇ ਮੈਕਸਿਮਮ ਬੱਚੇ ਜਿਹੜੇ ਨੇ 20 25 ਲੱਖ ਬੱਚਾ IIT ਦੀ ਉਹਦੀ ਏਮਸ ਦੀ ਤਿਆਰੀ ਕਰਦਾ ਹੈ। ਇੱਕ ਟ੍ਰੈਂਡ ਬਣ ਗਿਆ ਵੀ 11ਵੀਂ 12ਵੀਂ ਦੇ ਬੱਚਿਆਂ ਨੂੰ ਤੁਸੀਂ ਨਾਨ ਮੈਡੀਕਲ ਦਵਾ ਦਿਓ ਤਾਂ ਹੀ ਇਹਦੇ ਪੈਕੇजेस ਲੱਗਣੇ ਆ, ਜੇ IIT ਗਿਆ IIM ਗਿਆ, ਪਰ ਇਹ ਟਰੂ ਨਹੀਂ ਹੈਗਾ। ਜੇ ਬੱਚੇ ਨੂੰ ਤੁਸੀਂ ਬਹੁਤ ਵਧੀਆ ਯੂਨੀਵਰਸਿਟੀ ਦੇ ਵਿੱਚ, ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਉਹਨੇ ਲਾਅ ਕੀਤੀ ਹੈ ਜੇ ਕਿਸੇ ਬੱਚੇ ਨੇ, ਜਾਂ ਕੋਈ ਵੀ ਇੱਦਾਂ ਦੀ ਯੂਨੀਵਰਸਿਟੀ, ਤਾਂ ਉਹ ਐਜ਼ ਗੁੱਡ ਐਜ਼ ਐਨੀ ਅਦਰ ਕਰੀਅਰ ਆਪਸ਼ਨ ਹੈ। ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤਕਰੀਬਨ ਹਰ ਯੂਨੀਵਰਸਿਟੀ ਜਿਹੜੀ ਹੈ ਉਹ ਥਰੂ ਕਲੈਟ ਹੀ ਐਡਮਿਸ਼ਨ ਜਿਹੜਾ ਹੈ ਉਹ ਦਿੰਦੀ ਹੈ ਵਕਾਲਤ ਜਾਂ ਲਾਅ ਦੇ ਵਿੱਚ? ਨਹੀਂ, ਇੱਦਾਂ ਨਹੀਂ ਹੈਗਾ। ਬਹੁਤ ਸਾਰੇ ਹੋਰ ਵੀ ਪੇਪਰ ਹੁੰਦੇ ਨੇ ਵਕਾਲਤ ਤੋਂ ਰਿਲੇਟਡ, ਜਿਵੇਂ ਇੱਕ AILET ਦਾ ਪੇਪਰ ਹੁੰਦਾ ਹੈ, ਇੱਕ LSAT ਦਾ ਪੇਪਰ ਹੁੰਦਾ ਹੈ, ਇੱਕ SLAT ਦਾ ਪੇਪਰ ਹੁੰਦਾ ਹੈ, ਤੇ ਬਹੁਤ ਸਾਰੀ ਇੱਦਾਂ ਦੀ ਵੀ ਯੂਨੀਵਰਸਿਟੀਜ਼ ਨੇ ਜਿਹੜੇ ਆਪਣਾ ਹੀ ਪੇਪਰ ਕੰਡਕਟ ਕਰਾਉਂਦੀਆਂ ਨੇ। ਜਿਵੇਂ ਪੰਜਾਬ ਯੂਨੀਵਰਸਿਟੀ ਆਪਣੀ ਚੰਡੀਗੜ੍ਹ ਹੈਗੀ ਹੈ, ਉਹਨਾਂ ਦਾ ਇੱਕ ਆਪਣਾ ਪੇਪਰ ਹੁੰਦਾ ਹੈ ਯੂਨੀਵਰਸਿਟੀ ਲੈਵਲ 'ਤੇ। ਬਟ ਕਲੈਟ ਦਾ ਇੱਕ ਇਹੋ ਜਿਹਾ ਪੇਪਰ ਹੈ ਜਿਹਦੀ ਤਕਰੀਬਨ ਜਿਹੜੀ ਬੈਸਟ ਯੂਨੀਵਰਸਿਟੀਜ਼ ਨੇ ਇੰਡੀਆ ਦੀ ਲਾਅ ਦੀ, ਜਿਹੜੀ ਮੇਨ 11 ਯੂਨੀਵਰਸਿਟੀਜ਼ ਨੇ ਉਹ, ਤੇ ਉਸ ਤੋਂ ਇਲਾਵਾ ਜਿਵੇਂ ਹੁਣ ਜਿੰਦਲ OP ਜਿੰਦਲ ਯੂਨੀਵਰਸਿਟੀ ਹੈ, ਉਹਦੀ ਵੀ ਬਹੁਤ ਵੈਲਿਊ ਹੈ ਜੇ ਬੱਚਾ ਉੱਧਰੋਂ ਲਾਅ ਕਰੇ। ਤਾਂ ਜਿੰਨੀ ਵੀ ਇਹ ਯੂਨੀਵਰਸਿਟੀਜ਼ ਨੇ ਇਹ ਕਲੈਟ ਦੇ ਸਕੋਰ ਨੂੰ ਬਹੁਤ ਜ਼ਿਆਦਾ ਰਿਸਪੈਕਟ ਕਰਦੀਆਂ, ਉੱਥੇ ਕਾਊਂਟ ਹੁੰਦਾ ਹੈ। ਤੇ ਜੇ ਬੱਚੇ ਨੇ ਕਲੈਟ ਦੀ ਤਿਆਰੀ ਕਰ ਲਈ, ਉਸ ਤੋਂ ਬਾਅਦ ਉਹ 4 ਪੇਪਰ ਹੋਰ ਵੀ ਭਰਦੇ, ਮੰਨ ਲਓ ਕੋਈ ਯੂਨੀਵਰਸਿਟੀ ਹੈਗੀ ਹੈ ਜਿਹੜਾ ਕਲੈਟ ਦਾ ਸਕੋਰ ਨਹੀਂ ਕਾਊਂਟ ਕਰਦੀ, ਉਹ ਆਪਣਾ ਪੇਪਰ ਕਲੀਅਰ ਕਰਾਉਂਦੀ ਹੈ। ਕਲੈਟ ਦਾ ਪੇਪਰ ਜੇ ਉਹਨੇ ਤਿਆਰੀ ਕੀਤੀ ਹੋਈ ਹੈ ਤਾਂ ਉਹਦਾ ਉਹ ਪੇਪਰ ਈਜ਼ੀਲੀ ਕਰੈਕ ਹੋ ਜਾਂਦਾ ਹੈ, ਕਿਉਂਕਿ ਇਹ ਥੋੜਾ ਸੁਪੀਰੀਅਰ ਪੇਪਰ ਹੈ ਬਾਕੀਆਂ ਤੋਂ। ਬਿਲਕੁਲ, ਉਹ ਗੀਤ ਦੀਆਂ ਮੈਨੂੰ ਸਤਰਾਂ ਯਾਦ ਆ ਗਈਆਂ ਕਿ ਬਿਨ ਖੁਦ ਜਲੇ ਨਾ ਮਿਲੇ ਉਜਾਲਾ। ਇੱਥੇ ਤੁਹਾਨੂੰ ਗਿਆਨ ਦਾ ਦੀਪ ਜਿਹੜਾ ਹੈ ਉਹ ਜਲਾਉਣਾ ਚਾਹੀਦਾ ਹੈ ਆਪਣੇ ਅੰਦਰ, ਤਦੀ ਤੁਹਾਨੂੰ ਜੋ ਰਾਵਾਂ ਨੇ ਉਹ ਆਸਾਨ ਨਜ਼ਰ ਆਉਣਗੀਆਂ ਤੇ ਸਹੀ ਮੈਂਟਰਸ਼ਿਪ, ਸਹੀ ਗਾਈਡੈਂਸ ਤੁਹਾਨੂੰ ਮਿਲੇਗੀ ਤੇ ਕਲੈਟ ਦਾ ਪੇਪਰ ਵੀ ਕੋਈ ਮੁਸ਼ਕਲ ਨਹੀਂ ਹੈ। ਇਸ ਮੁਤਲਕ ਬਹੁਤ ਸਾਰੇ ਸਵਾਲ ਨੇ ਮੇਰੇ ਮਨ ਦੇ ਵਿੱਚ ਤੇ ਤੁਹਾਡੇ ਸਵਾਲ ਵੀ ਮੇਰੇ ਤੱਕ ਪਹੁੰਚੇ ਨੇ, ਉਸ ਦਾ ਜਵਾਬ ਅਸੀਂ ਚੇਤਨ ਜੀ ਤੋਂ ਚਾਹਾਂਗੇ। ਤੁਸੀਂ ਵੇਖਦੇ ਰਹੋ ਚੇਤਨ ਭਾਰਤ ਲਰਨਿੰਗ ਸਟੱਡੀ ਐਕਸਪਰਟ ਟਾਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ ਤੇ ਅੱਜ ਦਾ ਸਾਡਾ ਵਿਸ਼ਾ ਹੈ ਵਕਾਲਤ ਯਾਨੀ ਲਾਅ, ਤੇ ਸਾਡੇ ਨਾਲ ਚੇਤਨ ਭਾਰਤ ਲਰਨਿੰਗ ਦੇ ਡਾਇਰੈਕਟਰ ਨੇ ਮਿਸਟਰ ਚੇਤਨ ਸ਼ਰਮਾ। ਸਰ, ਬ੍ਰੇਕ ਵਿੱਚ ਜਾਣ ਤੋਂ ਪਹਿਲੇ ਤੁਸੀਂ ਕਲੈਟ ਬਾਰੇ ਬਹੁਤ ਹੀ ਕਲੈਰਿਟੀ ਨਾਲ ਦੱਸਿਆ, ਤੇ ਇੱਥੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਕਲੈਟ ਨੂੰ ਕਰਨ ਤੋਂ ਬਾਅਦ, ਜਿਵੇਂ ਤੁਹਾਡੀ ਗੱਲਾਂ ਤੋਂ ਮੈਂ ਜੱਜ ਕਰ ਪਾ ਰਿਹਾ ਕਿ ਕਰੀਅਰ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਸੈੱਟ ਹੋ ਸਕਦਾ ਹੈ, ਪਰ ਕਲੈਟ ਦੇ ਪੇਪਰ ਦੀ ਤਿਆਰੀ ਜਿਹੜੀ ਹੈ ਉਹ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ? ਸਰ ਦੇਖੋ, ਆਈਡੀਅਲੀ ਤਾਂ ਤਿਆਰੀ ਜਿਹੜੀ ਹੈ ਉਹ 10ਵੀਂ ਤੋਂ ਬਾਅਦ ਸਟਾਰਟ ਕਰ ਦੇਣੀ ਚਾਹੀਦੀ ਹੈ। 11ਵੀਂ 12ਵੀਂ ਜਦੋਂ ਬੱਚਾ ਕਰ ਰਿਹਾ ਨਾਲ ਉਹ ਤਿਆਰੀ ਕਰੇ, ਜੇ ਉਹ ਹਫਤੇ ਦੇ 8-10 ਘੰਟੇ ਕੱਢ ਲੈਂਦਾ ਤਾਂ ਮੋਰ ਦੈਨ ਸਫੀਸ਼ੀਐਂਟ ਹੈ। ਇਹ ਹੈਗਾ ਆਈਡੀਅਲ ਸਿਨੈਰੀਓ। ਜੇ ਬੱਚਾ ਆਲਰੇਡੀ 11ਵੀਂ 'ਚ ਹੈ ਤਾਂ ਫਿਰ ਉਸ ਨੂੰ ਤਿਆਰੀ ਆਪਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਐਜ਼ ਸੂਨ ਐਜ਼ ਪੋਸੀਬਲ। ਨਾਰਮਲੀ ਬੱਚੇ ਗਲਤੀ ਕੀ ਕਰਦੇ ਨੇ, ਉਹ ਜਦੋਂ ਉਹਨਾਂ ਦੇ 12ਵੀਂ ਦਾ ਹੋਣ ਵਾਲੀ ਹੁੰਦੀ ਹੈ ਉਦੋਂ ਆਖਰੀ ਟਾਈਮ ਦੇ ਵਿੱਚ 40 ਦਿਨਾਂ ਦਾ ਕੋਈ ਕੋਰਸ ਕਰ ਲਿਆ, 45 ਦਿਨਾਂ ਦਾ ਕੋਈ ਕ੍ਰੈਸ਼ ਕੋਰਸ ਕਰ ਲਿਆ। ਉਸ ਤੋਂ ਬਾਅਦ ਕੀ ਹੁੰਦਾ ਹੈ, ਫਿਰ ਨਾ ਐਡਮਿਸ਼ਨ ਤਾਂ ਹੋ ਜਾਂਦੀ ਹੈ ਵਕਾਲਤ 'ਚ ਕਿਤੇ ਨਾ ਕਿਤੇ, ਪਰ ਮੈਂ ਹਮੇਸ਼ਾ ਇਸ ਚੀਜ਼ ਨੂੰ ਐਡਵੋਕੇਟ ਕਰਦਾ ਹਾਂ ਵੀ ਜਿਹੜਾ ਬੈਸਟ ਕਾਲਜ ਤੇ ਬੈਸਟ ਕੋਰਸ ਹੈਗਾ ਬੱਚਿਆਂ ਨੂੰ ਉੱਥੇ ਟਾਰਗੇਟ ਕਰਨਾ ਚਾਹੀਦਾ, ਕਿਉਂਕਿ ਇਹ ਕਰੀਅਰ ਦਾ ਸਵਾਲ ਹੈ। 12ਵੀਂ ਤੋਂ ਬਾਅਦ ਤੁਸੀਂ ਕਿਹੜੇ ਕਾਲਜ 'ਚ ਗਏ, ਕਿੱਥੇ ਤੁਹਾਡਾ ਵਿਆਹ ਹੋਇਆ, ਇਹ 2-4 ਚੀਜ਼ਾਂ ਨੇ ਲਾਈਫ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਡਿਸੀਜ਼ਨ ਹੁੰਦੇ ਨੇ ਤੁਹਾਡੇ ਲਾਈਫ ਦੇ। ਤੇ 12ਵੀਂ ਤੋਂ ਬਾਅਦ ਤੁਸੀਂ ਕਿਹੜੇ ਕਾਲਜ 'ਚ ਜਾ ਰਹੇ ਹੋ ਬਹੁਤ ਇੰਪੋਰਟੈਂਟ ਹੈ। ਤੇ ਜੇ ਸਾਨੂੰ ਇਹ ਚੀਜ਼ ਦੀ ਰਿਅਲਾਈਜੇਸ਼ਨ ਹੈਗੀ ਹੈ 11ਵੀਂ 12ਵੀਂ ਦੇ ਵਿੱਚ ਅਸੀਂ ਪ੍ਰੋਪਰ ਨਾਲ ਤਿਆਰੀ ਕਰੀਏ, ਵੀਕਐਂਡ 'ਤੇ ਤਿਆਰੀ ਕਰੀਏ, ਅਸੀਂ ਸ਼ਾਮ ਨੂੰ ਘੰਟਾ ਲਾ ਲਈਏ ਤਿਆਰੀ ਕਰਨ ਦਾ, ਤੇ 12ਵੀਂ ਦੇ ਪੇਪਰਾਂ ਦੀ ਵੇਟ ਨਹੀਂ ਕਰਨੀ ਚਾਹੀਦੀ ਵੀ ਚਲੋ ਐਂਡ ਛੁੱਟੀਆਂ ਦੇ ਵਿੱਚ ਮੈਂ ਤਿਆਰੀ ਕਰਾਂਗਾ। ਆਈਡੀਅਲੀ 10ਵੀਂ ਤੋਂ ਬਾਅਦ। ਇੱਥੇ ਸਰ ਮੈਨੂੰ ਯਾਦ ਆ ਰਿਹਾ ਕਿ ਪਿਛਲੇ ਐਪੀਸੋਡ ਦੇ ਵਿੱਚ ਜਿਹੜਾ ਆਪਣਾ ਉਹ ਵੀ ਕਾਫੀ ਚਰਚਾ ਦਾ ਵਿਸ਼ਾ ਰਿਹਾ ਐਪੀਸੋਡ ਜੂਨੀਅਰ IAS। ਹਾਂਜੀ। ਉਹਦੇ ਵਿੱਚ ਤੁਸੀਂ ਕਿਹਾ ਕਿ ਬੱਚਾ ਜਿਹੜਾ ਹੈ ਉਹ 6ਵੀਂ ਤੋਂ ਬਾਅਦ 7ਵੀਂ ਤੋਂ ਬਾਅਦ ਤਿਆਰੀ ਜਿਹੜੀ ਹੈ ਉਹ ਸ਼ੁਰੂ ਕਰਦੇ, ਤੇ ਇੱਥੇ ਵੀ ਤੁਸੀਂ ਕਹਿ ਰਹੇ ਹੋ ਕਲੈਟ, ਮੈਨੂੰ ਲੱਗਦਾ ਤੁਸੀਂ ਜੂਨੀਅਰ IAS ਤੇ ਜੂਨੀਅਰ ਲਾਇਰ ਜਿਹੜਾ ਉਹ ਵੀ ਬਣਾ ਦੇਣਾ। ਹਾਂਜੀ। ਦੇਖੋ ਬੇਸਿਕਲੀ ਕੀ ਹੈ ਕਿ ਤਿਆਰੀ ਦਾ ਮਤਲਬ ਕੀ ਆਪਾਂ ਇਹ ਸਮਝੀਏ। ਤਿਆਰੀ ਦਾ ਮਤਲਬ ਇਹ ਹੁੰਦਾ ਸਰ ਵੀ ਸਾਨੂੰ ਇੱਕ ਰਾਈਟ ਗਾਈਡੈਂਸ ਮਿਲੇ, ਰਾਈਟ ਮੈਂਟਰਸ਼ਿਪ ਮਿਲੇ। ਕਿਤਾਬਾਂ ਤਾਂ ਉਹੀ ਨੇ, ਵਕਾਲਤ ਤਾਂ ਉਹਨਾਂ ਨੇ ਸਿਖਾਉਣੀ ਹੈ ਬੱਚਿਆਂ ਨੂੰ ਜਦੋਂ ਬੱਚਾ ਉਸ ਕਾਲਜ 'ਚ ਆ ਗਿਆ, ਪਰ ਉਹ ਵਕਾਲਤ ਸਿੱਖਣ ਲਾਇਕ ਹੈਗਾ ਕਿ ਨਹੀਂ ਹੈਗਾ, ਉਹਦੇ ਅੰਦਰ ਲੀਗਲ ਐਪਟੀਟਿਊਡ ਹੈਗਾ, ਉਹਦੇ ਅੰਦਰ ਰੀਜ਼ਨਿੰਗ ਹੈਗੀ ਹੈ, ਉਹਨੂੰ ਬੇਸਿਕ ਮੈਥਮੈਟਿਕਸ ਸਮਝ ਆਉਂਦਾ ਹੈ, ਉਹਦੀ ਚੰਗੀ ਇੰਗਲਿਸ਼ ਹੈਗੀ ਹੈ। ਇਹ ਸਾਰੀ ਚੀਜ਼ਾਂ ਜੇ ਰਾਈਟ ਗਾਈਡੈਂਸ ਤੇ ਰਾਈਟ ਮੈਂਟਰਸ਼ਿਪ ਦੇ ਥਰੂ ਅਸੀਂ ਉਹਨਾਂ ਨੂੰ ਸਕੂਲ ਦਾ ਹੀ ਕਰਿਕੂਲਮ ਪੜ੍ਹਾਉਣਾ ਹੁੰਦਾ,
ਅਸੀਂ ਉਹਨਾਂ ਨੂੰ ਉਹੀ ਚੀਜ਼ਾਂ ਪੜ੍ਹਾਉਣੀਆਂ ਜਿਹੜੀਆਂ ਅਖਬਾਰ ਦੇ ਵਿੱਚ ਆਉਂਦੀਆਂ, ਬਟ ਬਿਕੋਜ਼ ਅਸੀਂ ਉੱਤੇਲੇ ਲੈਵਲ ਤੋਂ ਉਹਨਾਂ ਨੂੰ ਕਰਾ ਰਹੇ ਹਾਂ, ਅਸੀਂ ਕਿਹੜਾ ਉਹਨਾਂ ਨੂੰ 6ਵੀਂ ਦੀ ਲਈ ਨਹੀਂ ਪੜ੍ਹਾ ਰਹੇ ਜਾਂ 10ਵੀਂ ਲਈ ਨਹੀਂ ਪੜ੍ਹਾ ਰਹੇ, ਅਸੀਂ ਉਹਨਾਂ ਨੂੰ ਉੱਤੇ ਲੈਵਲ ਤੋਂ ਪੜ੍ਹਾ ਰਹੇ ਹਾਂ, ਤਾਂ ਅਸੀਂ ਉਹਨਾਂ ਨੂੰ ਉਹਨਾਂ ਦਾ ਹੀ ਸਕੂਲ ਦਾ ਕਰਿਕੂਲਮ ਇਸ ਹਿਸਾਬ ਨਾਲ ਪੜ੍ਹਾ ਸਕਦੇ ਹਾਂ ਤਾਂ ਕਿ ਉਹਨਾਂ ਦੀ ਬੈਸਟ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਐਡਮਿਸ਼ਨ ਹੋਏ। ਤੇ ਇੱਥੇ ਸਰ ਹੁਣ ਜਿਵੇਂ ਮੈਂ ਕਿਹਾ ਸੀ ਕਿ ਕੁਝ ਕਾਲਸ ਵੀ ਸਾਡੇ ਤੱਕ ਆਈਆਂ ਨੇ, ਨੰਬਰ ਜੋ ਸਕਰੀਨ ਤੇ ਤੁਹਾਡੀ ਆ ਰਿਹਾ ਉਸ ਦੇ ਜ਼ਰੀਏ ਤੁਸੀਂ ਆਪਣੀ ਕਾਲ ਜਿਹੜੀ ਹੈ ਉਹ ਸਾਡੇ ਤੱਕ ਪਹੁੰਚਾਈਏ। ਤੇ ਪਹਿਲੇ ਕਾਲਰ ਕੀ ਕਹਿ ਰਹੇ ਨੇ ਆਓ ਵੇਖਦੇ हैं। हेलो सर, मैं मानसी बात कर रही हूँ मोहाली से। मेरी डॉटर नेक्स्ट ईयर +1 में हो जाएगी। मेरा भी और मेरी डॉटर का भी मन है कि वो लॉयर बने, बट इसके फादर चाहते कि वो नॉन मेडिकल ले। तो सर मैं पूछ रही थी कि क्या नॉन मेडिकल लेने के बाद भी हम इसको लॉ करवा सकते हैं? ਸਰ ਇੱਕ ਕਾਮਨ ਜੀ ਉਹ ਹੈਗੀ ਹੈ ਸਾਡੀ ਕੰਟਰੀ ਦੇ ਵਿੱਚ ਟੈਂਡੈਂਸੀ ਵੀ 11ਵੀਂ 10ਵੀਂ ਦੇ ਵਿੱਚ ਜਦੋਂ ਬੱਚੇ ਦੇ 80% ਤੋਂ ਵੱਧ ਨੰਬਰ ਆਏ ਤਾਂ ਜਾਂ ਉਹਨੂੰ ਮੈਡੀਕਲ ਦਿਵਾਉਣਾ ਜਾਂ ਨਾਨ ਮੈਡੀਕਲ ਦਿਵਾਉਣਾ। ਤੇ ਉਸ ਤੋਂ ਬਾਅਦ ਬਟ ਜਦੋਂ ਬੱਚਾ ਉਹ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਉਹਨੂੰ ਰਿਅਲਾਈਜ਼ ਹੁੰਦਾ ਵੀ ਨਹੀਂ ਯਾਰ ਮੈਂ ਤਾਂ ਲਾਇਰ ਬਣਨਾ ਹੈ ਜਾਂ ਮੈਂ ਤਾਂ ਜਰਨਲਿਸਟ ਬਣਨਾ ਹੈ ਜਾਂ ਮੈਂ ਤਾਂ ਫੈਸ਼ਨ ਡਿਜ਼ਾਈਨਰ ਬਣਨਾ ਹੈ। 11ਵੀਂ 'ਚ ਜੇ ਤੁਹਾਡੇ ਕੋਲ ਨਾਨ ਮੈਡੀਕਲ ਹੈ ਜਾਂ ਮੈਡੀਕਲ ਹੈ ਕੋਈ ਵੀ ਸਬਜੈਕਟ ਹੈ ਤੁਸੀਂ ਤਾਂ ਵੀ ਵਕਾਲਤ ਕਰ ਸਕਦੇ ਹੋ। ਬਟ ਜੇ ਤੁਸੀਂ ਇਹਨਾਂ ਦੀ ਡਾਕਟਰ ਤਾਂ ਚਲੋ ਹੁਣ ਡਿਸਾਈਡ ਕਰ ਰਹੇ ਨੇ ਵੀ ਇਹ ਨਾਨ ਮੈਡੀਕਲ ਦਵਾ ਰਹੇ ਨੇ, ਪਰ ਮੈਨੂੰ ਇੱਦਾਂ ਲੱਗਦਾ ਹੈ ਜੇ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਵਕਾਲਤ ਕਰਾਉਣੀ ਹੈ ਫਿਰ ਤੁਸੀਂ ਜੇ 11ਵੀਂ 12ਵੀਂ ਦੇ ਵਿੱਚ ਉਸ ਬੱਚੇ ਨੂੰ ਨੋਰਮਲ ਉਹੀ ਵਾਲੇ ਸਬਜੈਕਟਸ ਦਿਵਾਓਗੇ ਜਿਹੜੇ ਉਹਨੇ ਅੱਗੇ ਜਾ ਕੇ ਪੜ੍ਹਨੇ ਹੈ ਤਾਂ ਉਹਨੂੰ ਫਾਇਦਾ ਕੀ ਹੋਊਗਾ ਕਿ ਜਿਹੜਾ ਉਹਨੂੰ ਹਰ ਹਫਤੇ 15-20 ਘੰਟੇ ਕੰਪੀਟੀਸ਼ਨ ਦੀ ਤਿਆਰੀ ਕਰਨੀ ਹੈ ਉਹ ਕਰਨ ਲਈ ਉਹਦੇ ਕੋਲ ਟਾਈਮ ਰਹੂਗਾ। ਨਹੀਂ ਤਾਂ ਜੇ ਬੱਚੇ ਨੂੰ ਫਿਜ਼ਿਕਸ ਵੀ ਪੜ੍ਹਨੀ ਹੈ, ਕੈਮਿਸਟਰੀ ਵੀ ਪੜ੍ਹਨੀ ਹੈ, ਮੈਥਸ ਵੀ ਪੜ੍ਹਨਾ ਹੈ, ਬਾਇਓ ਵੀ ਪੜ੍ਹਨੀ ਹੈ ਤੇ ਅਸੀਂ ਕਹੀਏ ਓਵਰ ਐਂਡ ਅਬਵ ਬੱਚਾ ਲੀਗਲ ਰੀਜ਼ਨਿੰਗ ਵੀ ਪੜ੍ਹ ਲੇ, ਕੁਆਂਟ ਵੀ ਪੜ੍ਹ ਲੇ, ਇੰਗਲਿਸ਼ ਵੀ ਪੜ੍ਹ ਲੇ, ਕਰੰਟ ਅਫੇਅਰਸ ਵੀ ਪੜ੍ਹ ਲੇ ਤਾਂ ਹੋਣਾ ਕੀ ਹੈ ਬੈਸਟ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਲਈ ਬੱਚੇ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਊਗੀ। ਪਰ ਜੇ ਤੁਸੀਂ ਹਾਰਮਨੀ ਬਣਾ ਲੈਂਦੇ ਹੋ ਉਹਦੇ 11ਵੀਂ 12ਵੀਂ ਦੇ ਸਬਜੈਕਟਸ ਦੇ ਵਿੱਚ ਤੇ ਉਸ ਚੀਜ਼ ਦੇ ਵਿੱਚ ਜੋ ਉਹਨੇ ਬਾਅਦ 'ਚ ਕਰਨਾ ਹੈ ਤਾਂ ਫਿਰ ਉਹ ਬੈਟਰ ਰეკਮੈਂਡਡ ਹੈ। ਪਰ ਕੋਈ ਐਸੀ ਗੱਲ ਨਹੀਂ ਹੈਗੀ ਤੁਸੀਂ ਨਾਨ ਮੈਡੀਕਲ, ਮੈਡੀਕਲ, ਕਾਮਰਸ, ਆਰਟਸ ਕੋਈ ਵੀ ਸਬਜੈਕਟਸ ਦਵਾ ਕੇ ਬਾਅਦ 'ਚ ਕਲੈਟ ਦਾ ਪੇਪਰ ਦਵਾ ਸਕਦੇ ਹੋ। ਬਿਲਕੁਲ ਇਹ ਮਿਥ ਮੈਨੂੰ ਲੱਗਦਾ ਹੈ ਕਿ ਕਈ ਹੋਰ ਮਾਪੇ ਹੋਣਗੇ ਜਿਨ੍ਹਾਂ ਦੇ ਦਿਮਾਗ 'ਚ ਹੋਏਗੀ ਤੇ ਇਹ ਮਿਥ ਜਿਹੜੀ ਸਰ ਨੇ ਬਿਲਕੁਲ ਕਲੈਰੀਫਾਈ ਕਰਤੀ ਹੈ ਕਿ ਤੁਸੀਂ ਐਗਜ਼ਾਮ ਜਿਹੜਾ ਹੈ ਉਹ ਦੇ ਸਕਦੇ ਹੋ ਭਾਵੇਂ ਕਿਸੇ ਵੀ ਸਟਰੀਮ ਨੂੰ ਤੁਸੀਂ ਆਪਟ ਕੀਤਾ। ਤੇ ਇੱਥੇ ਹੁਣ ਅਗਲੇ ਕਾਲਰ ਵੀ ਸਾਡੇ ਨਾਲ ਨੇ, ਉਹਨਾਂ ਦਾ ਸਵਾਲ ਸਾਡੇ ਤੱਕ ਪਹੁੰਚਿਆ ਉਹ ਜਾਣਦੇ ਹਾਂ ਕਿ ਕੀ ਹੈ। ਸਤਿ ਸ਼੍ਰੀ ਅਕਾਲ ਸਰ ਮੈਂ ਮਨਪ੍ਰੀਤ ਗੱਲ ਕਰ ਰਿਹਾ ਪਠਾਨਕੋਟ ਤੋਂ। ਸਰ ਮੈਂ ਆਪਣੇ ਬੱਚੇ ਨੂੰ IAS ਕਰਵਾਉਣਾ ਚਾਹੁੰਦਾ ਅਤੇ ਮੈਂ ਇਹ ਵੀ ਸੁਣਿਆ ਕਿ ਲਾਅ ਸਟੂਡੈਂਟਸ ਨੂੰ IAS ਦੀ ਪ੍ਰੈਪਰੇਸ਼ਨ ਲਈ ਫਾਇਦਾ ਰਹਿੰਦਾ, ਕੀ ਇਹ ਗੱਲ ਸਹੀ ਹੈ? ਹੁਣ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਵੀ ਮਨਪ੍ਰੀਤ ਜੀ ਦਾ ਜਿਹੜਾ ਬੇਟਾ ਹੈ ਕਿਹੜੀ ਕਲਾਸ 'ਚ ਹੈ ਅਤੇ ਮੈਨੂੰ ਪਤਾ ਹੈ ਵੀ ਨੰਬਰ ਹੁਣ ਹੋ ਰਿਹਾ ਹੋਣਾ ਇਸ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਹੋਣਾ ਅਤੇ ਮੈਂ ਸਾਰੇ ਪੇਰੈਂਟਸ ਨੂੰ ਇਹ ਕਹਾਂਗਾ ਕਿ ਆਪਣੇ ਆਪਣੇ ਬੱਚਿਆਂ ਦੀ ਡਿਟੇਲ ਲੈ ਕੇ ਉਹ ਸਾਡੇ ਨਾਲ ਸੰਪਰਕ ਕਰਨ, ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਪ੍ਰੋਪਰ ਕਾਉਂਸਲਿੰਗ ਪ੍ਰੋਵਾਈਡ ਕਰਾਂਗੇ। ਨਾਓ ਜੇ ਇਹਨਾਂ ਨੇ ਉਹਨੂੰ IAS ਕਰਾਉਣਾ ਹੈ ਵੈਸੇ ਤਾਂ ਉਹਨੂੰ ਫਿਰ ਜੂਨੀਅਰ IAS ਲਈ ਰეკਮੈਂਡ ਕਰੋ ਤੁਸੀਂ, ਪਰ ਦੂਜੀ ਚੀਜ਼ ਕੀ ਹੈ ਵਕਾਲਤ ਕਰਕੇ ਡੈਫੀਨੇਟਲੀ ਬੱਚੇ ਨੂੰ ਇੱਕ ਉਹਦਾ ਦਿਮਾਗ ਖੁੱਲ੍ਹਦਾ, ਉਹਨੂੰ ਪਤਾ ਹੁੰਦਾ ਹੈ ਉਹ ਬੈਟਰ ਪਲੇਸਡ IAS ਦੀ ਤਿਆਰੀ ਕਰਨ ਲਈ। ਉਹਦਾ ਰੀਜ਼ਨ ਕੀ ਹੈ ਨਿਖਿਲ ਜੀ? ਦੇਖੋ ਵਕਾਲਤ ਦੇ ਵਿੱਚ ਵੀ ਲਾਅ ਪੜ੍ਹਨਾ ਹੈ, IAS ਦੀ ਤਿਆਰੀ ਦੇ ਵਿੱਚ ਵੀ ਲਾਅ ਪੜ੍ਹਨਾ ਪੈਣਾ ਹੈ, ਵਕਾਲਤ ਦੇ ਵਿੱਚ ਵੀ ਕੌਨਸਟੀਟਿਊਸ਼ਨ ਪੜ੍ਹਨਾ ਹੈ, IAS ਦੇ ਵਿੱਚ ਵੀ ਕੌਨਸਟੀਟਿਊਸ਼ਨ ਪੜ੍ਹਨਾ ਪੈਣਾ ਹੈ। ਵਕਾਲਤ ਪੜ੍ਹਦੇ ਹੋਏ ਇੱਕ ਸਟੂਡੈਂਟ ਨੂੰ ਬਹੁਤ ਕੁਝ ਪਤਾ ਲੱਗਦਾ ਸਾਡੇ ਸਮਾਜ ਦੀ ਪ੍ਰੋਬਲਮਸ ਕੀ ਨੇ, ਕਿਹੜੀ ਸਾਡੀ ਸੋਸ਼ਲ, ਇਕਨੋਮਿਕ, ਪੋਲੀਟੀਕਲ ਪ੍ਰੋਬਲਮਸ ਦੇ ਬਾਰੇ ਉਹਦੀ ਅਵੇਅਰਨੈਸ ਵੱਧਦੀ ਹੈ, ਉਹ ਸਾਰੀ ਉਹਦੀ ਨੌਲੇਜ ਯੂਜ਼ ਹੁੰਦੀ ਹੈ IAS ਦੇ ਪੇਪਰ ਦੇ ਵਿੱਚ। ਅਤੇ ਇਹ ਕੋਈ ਕੋਇੰਸੀਡੈਂਸ ਨਹੀਂ ਹੈਗਾ ਵੀ ਤੁਸੀਂ ਦੇਖੋਗੇ ਵੀ ਹਰ ਸਾਲ ਜਿੰਨੇ ਵੀ ਬੱਚੇ IAS IPS ਸਿਲੈਕਟ ਹੁੰਦੇ ਨੇ ਉਹਨਾਂ ਦੇ ਵਿੱਚੋਂ ਕਾਫੀ ਇੱਦਾਂ ਦੇ ਹੁੰਦੇ ਨੇ ਜਿਹੜੇ ਲਾਅ ਬੈਕਗਰਾਊਂਡ ਤੋਂ ਹੁੰਦੇ ਨੇ। ਇੱਕ ਹੋਰ ਗੱਲ ਜਿਹੜੀ ਇਹਨਾਂ ਨੇ ਪੁੱਛੀ ਨਹੀਂ ਮੈਂ ਉਹ ਵੀ ਦੱਸਣਾ ਚਾਹਾਂਗਾ ਵੀ IAS ਦਾ ਪੇਪਰ ਤਾਂ ਵਕੀਲ ਦੇ ਹੀ ਸਕਦਾ ਹੈ, ਓਵਰ ਐਂਡ ਅਬਵ ਐਗਜ਼ੈਕਟਿਵ ਪੇਪਰ ਤਾਂ ਵਕੀਲ ਦੇ ਹੀ ਸਕਦਾ ਹੈ, ਓਵਰ ਐਂਡ ਅਬਵ ਜਿਹੜੇ ਜੁਡੀਸ਼ਰੀ ਦੇ ਪੇਪਰ ਹੁੰਦੇ ਨੇ ਬੱਚਾ ਲਾਅ ਕਰਦਾ ਹੈ ਉਹਨੂੰ ਪਤਾ ਲੱਗਦਾ ਵੀ ਯਾਰ ਇੱਕ ਸੈਕਿੰਡ ਮੈਂ ਤਾਂ IAS ਵੀ ਬਣ ਸਕਦਾ, IPS ਵੀ ਬਣ ਸਕਦਾ, ਬਟ ਮੈਂ ਜੱਜ ਵੀ ਬਣ ਸਕਦਾ। ਭਾਵੇਂ ਮੈਂ ਵਕਾਲਤ ਦੇ ਥਰੂ ਪ੍ਰੈਕਟਿਸ ਕਰਨ ਤੋਂ ਬਾਅਦ ਜੱਜ ਬਣਨਾ ਉਹ ਵੀ ਮੇਰੇ ਲਈ ਰਾਹ ਖੁੱਲ੍ਹਾ ਹੈ, ਜਾਂ ਫਿਰ ਮੈਂ ਜਿਹੜੇ ਪੇਪਰ ਹੁੰਦੇ ਨੇ ਐਗਜ਼ਾਮ ਹੁੰਦੇ ਨੇ ਸਟੇਟ ਸਿਵਲ ਸਰਵਿਸਿਜ਼ ਬੋਰਡਸ ਵੀ ਕਰਾਉਂਦੇ ਨੇ ਅਤੇ ਆਪਣੀ ਕੰਟਰੀ ਦੇ ਵਿੱਚ ਇੱਕ ਗੱਲ ਚੱਲ ਰਹੀ ਹੈ ਆਲ ਇੰਡੀਆ ਜੁਡੀਸ਼ੀਅਲ ਸਰਵਿਸਿਜ਼ ਦੀ। ਜਿਵੇਂ IAS ਦਾ ਪੇਪਰ ਹੁੰਦਾ ਹੈ, IPS ਦਾ ਪੇਪਰ ਹੁੰਦਾ ਹੈ, ਇੱਦਾਂ ਹੀ ਗੱਲ ਚੱਲ ਰਹੀ ਹੈ ਵੀ ਜਿਹੜੇ ਜੱਜਿਸ ਨੇ ਇਹਨਾਂ ਦੀ ਵੀ ਸਿਲੈਕਸ਼ਨ ਥਰੂ ਪੇਪਰ ਹੋਵੇ। ਬਿਲਕੁਲ ਬਹੁਤ ਹੀ ਵਿਸਤਾਰਪੂਰਵਕ ਇੱਥੇ ਜਾਣਕਾਰੀ ਜਿਹੜੀ ਉਹ ਤੁਹਾਨੂੰ ਮਿਲ ਰਹੀ ਹੈ ਅਤੇ ਇਹ ਜੋ ਨੰਬਰ ਤੁਹਾਡੀ ਸਕਰੀਨ 'ਤੇ ਆ ਰਿਹਾ ਉਹ ਤੁਹਾਡੇ ਬੈਨੀਫਿਟ ਲਈ ਹੈ, ਤੁਹਾਡੇ ਬੱਚਿਆਂ ਦੇ ਭਵਿੱਖ ਲਈ ਹੈ। ਇਸ ਉੱਤੇ ਤੁਸੀਂ ਕਾਲ ਕਰਕੇ ਆਪਣੀ ਕੁਐਰੀ ਜਿਹੜੀ ਹੈ ਉਹ ਤੁਸੀਂ ਪੁੱਛ ਸਕਦੇ ਹੋ ਅਤੇ ਨਾਲ ਹੀ chetanbharat.com 'ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਖੈਰ ਅੱਜ ਦਾ ਜੋ ਵਿਸ਼ਾ ਹੈ ਉਹ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਤੁਹਾਨੂੰ ਇਸ ਮੁਤਲਕ ਪ੍ਰੋਪਰ ਕਲੈਰਿਟੀ ਮਿਲੇ, ਸਾਡੀ ਇਹੀ ਕੋਸ਼ਿਸ਼ ਹੈ। ਇਸ ਬਾਰੇ ਚਰਚਾ ਜਿਹੜੀ ਹੈ ਉਹ ਜਾਰੀ ਰਹੇਗੀ। ਤੁਸੀਂ ਵੇਖਦੇ ਰਹੋ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ ਤੇ ਅੱਜ ਦਾ ਵਿਸ਼ਾ ਹੈ ਵਕਾਲਤ ਯਾਨੀ ਲਾਅ ਤੇ ਸਾਡੇ ਨਾਲ ਨੇ CBL ਦੇ ਡਾਇਰੈਕਟਰ ਮਿਸਟਰ ਚੇਤਨ ਸ਼ਰਮਾ। ਸਰ, ਹੁਣ ਤੱਕ ਕਲੈਟ ਬਾਰੇ ਤਾਂ ਤੁਸੀਂ ਜਾਣਕਾਰੀ ਦਿੱਤੀ ਹੈ, ਕਿਵੇਂ ਕਰਨਾ ਚਾਹੀਦਾ ਹੈ ਉਹ ਵੀ ਤੁਸੀਂ ਜਾਣਕਾਰੀ ਦਿੱਤੀ ਹੈ, ਪਰ ਇੱਥੇ ਹੁਣ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਜਿਵੇਂ ਚੇਤਨ ਭਾਰਤ ਲਰਨਿੰਗ ਦਾ ਹਰ ਵਾਰ ਕੋਈ ਨਵਾਂ ਇਨੀਸ਼ੀਏਟਿਵ ਹੁੰਦਾ ਹੈ, ਇੱਕ ਉਪਰਾਲਾ ਹੁੰਦਾ ਹੈ ਤਾਂ ਕਿ ਹਰ ਕਿਸੇ ਤੱਕ ਜਿਹੜੀ ਹੈ ਉਹ ਐਜੂਕੇਸ਼ਨ ਪਹੁੰਚ ਸਕੇ। ਹਾਂਜੀ, ਤੇ ਇਸ ਨੂੰ ਲੈ ਕੇ ਕਲੈਟ ਨੂੰ ਲੈ ਕੇ ਜਾਂ ਲਾਅ ਦੇ ਪੇਪਰ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ? ਤਾਂ ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਹੈ ਵੀ ਚੇਤਨ ਭਾਰਤ ਲਰਨਿੰਗ ਆਰਗੇਨਾਈਜੇਸ਼ਨ ਐਗਜ਼ਿਸਟ ਕਰਦੀ ਹੈ ਇਸ ਕਰਕੇ ਕਿ ਐਜੂਕੇਸ਼ਨ ਤੇ ਕੈਰੀਅਰ ਓਪਰਚੁਨਿਟੀਜ਼ ਉਹਨਾਂ ਦੀ ਡੈਮੋਕ੍ਰੇਟਾਈਜੇਸ਼ਨ ਹੋਵੇ, ਉਹ ਗ੍ਰਾਸ ਰੂਟ ਲੈਵਲ ਤੇ ਹਰ ਕਿਸੇ ਬੰਦੇ ਨੂੰ ਨੌਲੇਜ ਹੋਵੇ, ਅਵੇਅਰਨੈਸ ਹੋਵੇ ਤੇ ਜਿਹੜੀ ਐਜੂਕੇਸ਼ਨ ਹੈ ਉਹ ਅਵੇਲੇਬਲ ਹੋਵੇ ਹਰ ਕਿਸੇ ਕੋਲ, ਐਕਸੈਸਿਬਲ ਹੋਵੇ ਤੇ ਅਫੋਰਡੇਬਲ ਹੋਵੇ। ਉਸੇ ਫਿਲਾਸਫੀ ਨੂੰ, ਉਸੇ ਵਿਚਾਰਧਾਰਾ ਨੂੰ ਅਸੀਂ ਕਲੈਟ ਦੇ ਪੇਪਰ 'ਚ ਵੀ ਐਕਸਟੈਂਡ ਕੀਤਾ। ਉਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸ ਦਿੰਦਾ। ਕਲੈਟ ਦੇ ਪੇਪਰ ਦੀ ਪ੍ਰਿਪਰੇਸ਼ਨ ਵੀ ਨਾ ਮੈਕਸਿਮਮ ਜਿਹੜੇ ਹਾਈ-ਫਾਈ ਸ਼ਹਿਰ ਨੇ ਉੱਥੇ 80 90 ਹਜ਼ਾਰ ਲੱਖ ਰੁਪਇਆ ਲੈ ਕੇ ਕਰਾਈ ਜਾਂਦੀ ਹੈ ਤੇ ਇੱਕ ਆਮ ਬੰਦਾ ਨਾ ਉਹ ਅਫੋਰਡ ਕਰ ਸਕਦਾ ਤੇ ਨਾ ਹਰ ਬੱਚਾ ਜਿਹੜਾ ਹੈਗਾ, ਤੁਸੀਂ ਆਪਣੇ 16 ਸਾਲ ਦੇ ਬੱਚੇ ਨੂੰ ਖਾਸ ਕਰਕੇ ਅੱਜ ਕੱਲ੍ਹ ਦੇ ਮਾਹੌਲ 'ਚ ਚੰਡੀਗੜ੍ਹ ਭੇਜੋ ਜਾਂ ਦਿੱਲੀ ਭੇਜੋ, ਉਹ ਸੈਂਸੀਬਲ ਨਹੀਂ ਹੈਗਾ। ਇੱਥੇ ਵੀ ਇਹੀ ਹੈ, ਹੁਣ ਕਮਿੰਗ ਸੈਸ਼ਨ ਤੋਂ ਅਸੀਂ ਹਾਈਲੀ ਅਫੋਰਡੇਬਲ, ਵੈਰੀ ਅਫੋਰਡੇਬਲ ਰੇਟਸ 'ਤੇ ਬੱਚਿਆਂ ਨੂੰ ਪ੍ਰੋਪਰ ਕਲੈਟ ਦੀ ਪ੍ਰਿਪਰੇਸ਼ਨ ਕਰਾਵਾਂਗੇ, ਜਿਹਦੇ ਵਿੱਚ ਉਹਨਾਂ ਨੂੰ ਲੀਗਲ ਐਪਟੀਟਿਊਡ, ਜਰਨਲ ਨੌਲੇਜ, ਇੰਗਲਿਸ਼, ਕੁਆਂਟ, ਰੀਜ਼ਨਿੰਗ, ਜਿੰਨਾ ਵੀ ਸਿਲੇਬਸ ਹੈ ਪਾਸਟ 20 ਇਅਰਸ ਦੇ ਪੇਪਰਸ ਨੂੰ ਅਸੀਂ ਪ੍ਰੋਪਰ ਐਨਾਲਾਈਜ਼ ਕੀਤਾ ਹੈ। ਬਹੁਤ ਹੀ ਸਟੂਡੈਂਟ ਫਰੈਂਡਲੀ ਐਪ ਦੇ ਥਰੂ ਅਸੀਂ ਉਹਨਾਂ ਨੂੰ ਕਰਾਵਾਂਗੇ। ਤੇ ਇੱਕ ਚੀਜ਼ ਮੈਂ ਹੋਰ ਬੱਚਿਆਂ ਨੂੰ ਮੈਂਸ਼ਨ ਕਰਨਾ ਚਾਹੁੰਦਾ ਇੱਥੇ, ਕਲੈਟ ਦਾ ਪਿਛਲੇ ਸਾਲ ਪੈਟਰਨ ਚੇਂਜ ਹੋਇਆ ਤੇ ਜੇ ਤੁਸੀਂ ਕਿਸੇ ਵੀ ਬੱਚੇ, ਜੇ ਮੰਨ ਲਓ ਕੁਝ ਪੇਰੈਂਟਸ ਆਪਣੇ ਬੱਚਿਆਂ ਨੂੰ ਤਿਆਰੀ ਕਰਾ ਵੀ ਰਹੇ ਹੋਣੇ ਸਾਲ 2 ਸਾਲ ਤੋਂ, ਤੇ ਮੈਂ ਚਾਹੁੰਦਾ ਵੀ ਜਿੱਥੇ ਵੀ ਉਹ ਬੱਚੇ ਜਾਂਦੇ ਨੇ ਪੇਰੈਂਟਸ ਸ਼ੁੱਡ ਟਾਕ ਟੂ ਦੈਟ ਟੀਚਰ ਕਿ ਸਰ ਪੈਟਰਨ ਚੇਂਜ ਹੋਇਆ ਪਿਛਲੇ ਸਾਲ ਤੇ ਸਾਡੇ ਬੱਚਿਆਂ ਨੂੰ ਤੁਸੀਂ ਨਵੇਂ ਪੈਟਰਨ ਦੇ ਹਿਸਾਬ ਨਾਲ ਪੜ੍ਹਾਓ। ਹੁਣ ਉਹਨਾਂ ਨੇ ਸਾਰਾ ਜਿਹੜਾ ਪੈਟਰਨ ਹੈ ਉਹ ਪੈਰਾਗ੍ਰਾਫਿਕ ਫਾਰਮ ਦੇ ਵਿੱਚ ਕਰਤਾ, ਉਹ ਮੈਥਸ ਦਾ ਵੀ ਪੈਰਾ ਬਣਾ ਕੇ ਉਹਦੇ ਰਾਹੀਂ ਉਹ ਕੁਐਸਚਨ ਪੁੱਛ ਰਹੇ ਨੇ। ਤੇ ਮੈਂ ਚਾਹੁੰਦਾ ਵੀ ਬੱਚੇ ਸਟਰਗਲ ਨਾ ਕਰਨ ਜਿਨ੍ਹਾਂ ਨੇ ਸਾਲ 1.5 ਸਾਲ ਤੋਂ ਤਿਆਰੀ ਕਰ ਰਹੇ ਨੇ। ਤੇ ਚੇਤਨ ਭਾਰਤ ਲਰਨਿੰਗ ਵੀ ਕਲੈਟ ਦਾ ਮੋਡਿਊਲ ਲੈ ਕੇ ਆਏ ਗਈ ਤੇ ਮੈਨੂੰ ਉਮੀਦ ਹੈ ਵੀ ਜਿਵੇਂ ਪੰਜਾਬ PCS, IAS ਤੇ ਬਾਕੀ ਚੀਜ਼ਾਂ ਦੇ ਵਿੱਚ ਸਾਡੇ ਸਟੂਡੈਂਟ ਨੂੰ ਸਕਸੈਸ ਮਿਲੀ ਹੈ, ਉੱਦਾਂ ਹੀ ਇੱਥੇ ਵੀ ਸਟੂਡੈਂਟ ਸਾਡੇ ਨੇ ਜੋ ਬੈਸਟ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਉਹਨਾਂ ਨੂੰ ਸਿਕਿਉਰ ਹੋਏਗੀ। ਬਿਲਕੁਲ, ਤੁਸੀਂ ਛੇਤੀ ਤੋਂ ਛੇਤੀ ਰਜਿਸਟਰ ਕਰਵਾ ਲਓ। ਆਪਣੀ ਸੀਟ ਜਿਹੜੀ ਹੈ ਉਹ ਭਾਵੇਂ ਆਪਣੇ ਘਰ 'ਚ ਹੀ ਬੈਠੇ ਹੋ, ਔਨਲਾਈਨ ਤੁਹਾਨੂੰ ਮਿਲ ਰਹੀ ਹੈ ਤੇ ਉਹ ਰਿਜ਼ਰਵ ਜਿਹੜੀ ਹੈ ਉਹ ਤੁਸੀਂ ਕਰ ਲਓ। ਤੇ ਉਹਦੇ ਲਈ ਤੁਹਾਨੂੰ ਪਤਾ ਕਿ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਉਸ ਤੇ ਤੁਸੀਂ ਕਾਲ ਕਰ ਸਕਦੇ ਹੋ, chetanbharat.com ਤੇ ਵਿਜ਼ਿਟ ਕਰ ਸਕਦੇ ਹੋ। ਅੱਛਾ ਸਰ, ਇੱਕ ਮੇਰੇ ਜਾਣਕਾਰ ਨੇ, ਉਹਨਾਂ ਦਾ ਸਵਾਲ ਵੀ ਮੇਰੇ ਤੱਕ ਆਇਆ, ਉਹ ਤੁਹਾਡੇ ਤੱਕ ਪਹੁੰਚਾਉਣਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਕਈ ਵਾਰੀ ਇੱਦਾਂ ਹੁੰਦਾ ਕਿ ਮਨ 'ਚ ਆਇਆ ਕਾਲਜ ਮਿਲ ਜਾਂਦਾ ਪਰ ਮਨ 'ਚ ਆਇਆ ਕੋਰਸ ਨਹੀਂ ਮਿਲਦਾ, ਤੇ ਕਈ ਵਾਰ ਇੱਦਾਂ ਵੀ ਹੁੰਦਾ ਕਿ ਮਨ 'ਚ ਆਇਆ ਕੋਰਸ ਮਿਲ ਜਾਂਦਾ ਪਰ ਮਨ 'ਚ ਆਇਆ ਕਾਲਜ ਨਹੀਂ ਮਿਲਦਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਰ, ਕਿਉਂਕਿ ਅੱਜ ਅਸੀਂ ਉਹਨਾਂ ਬੱਚਿਆਂ ਬਾਰੇ ਗੱਲ ਕਰ ਰਹੇ ਹਾਂ ਜਿਹੜੇ 11ਵੀਂ 12ਵੀਂ ਦੇ ਨੇ, ਤਾਂ 12ਵੀਂ ਤੋਂ ਬਾਅਦ ਤਾਂ ਇਹ ਪ੍ਰੋਬਲਮ ਤਕਰੀਬਨ ਹਰ ਬੱਚੇ ਨੂੰ ਆਉਂਦੀ ਹੈ। ਇਨਫੈਕਟ ਜਿਹੜੇ ਬੱਚਿਆਂ ਦਾ IIT ਦੇ ਵਿੱਚ ਵੀ ਐਡਮਿਸ਼ਨ ਹੋ ਜਾਂਦੀ ਹੈ, ਜਾਂ ਫਿਰ ਆਪਾਂ ਬੜੀ ਵਾਰ ਦੇਖਦੇ ਹਾਂ ਵੀ ਕਿਸੇ ਬੱਚੇ ਨੇ MBBS ਕਰ ਲਈ, ਉਸ ਤੋਂ ਬਾਅਦ ਉਹਨੇ MD ਦਾ ਪੇਪਰ ਕਲੀਅਰ ਕੀਤਾ, ਉਹਨੇ ਰੇਡੀਓਲੋਜੀ ਕਰਨੀ ਹੈ, ਉਹਨੂੰ ਪੈਥੋਲੋਜੀ ਮਿਲ ਰਹੀ ਹੈ, ਉਹਨੇ ਐਨੈਸਥੀਸੀਆ ਕਰਨਾ ਹੈ, ਉਹਨੂੰ ਆਰਥੋ ਦੇ ਵਿੱਚ ਐਡਮਿਸ਼ਨ ਮਿਲ ਰਹੀ ਹੈ। ਇਹੀ ਚੀਜ਼ ਇੰਜੀਨੀਅਰਿੰਗ ਦੇ ਵਿੱਚ ਹੁੰਦੀ ਹੈ, ਉਹਨੇ ਇਲੈਕਟ੍ਰੋਨਿਕਸ ਕਰਨੀ ਹੈ, ਉਹਨੂੰ ਮੈਟਲਰਜੀ ਦੇ ਵਿੱਚ ਐਡਮਿਸ਼ਨ ਮਿਲਦੀ ਹੈ। ਇਹ ਪ੍ਰੋਬਲਮ ਹਮੇਸ਼ਾ ਰਹਿੰਦੀ ਹੈ। ਇਹਦੇ ਵਿੱਚ ਨਾ ਮੈਂ ਪਿਛਲੇ 12 ਸਾਲਾਂ 'ਚ ਜੇ ਮੈਂ 20-25 ਹਜ਼ਾਰ ਸਟੂਡੈਂਟਸ ਨਾਲ ਇੰਟਰੈਕਸ਼ਨ ਕੀਤੀ ਹੈ ਤੇ ਮੈਂ ਉਸ ਤਜਰਬੇ ਤੋਂ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ। ਇੱਕ ਤਾਂ ਕਿਸੇ ਸਬਜੈਕਟ ਨੂੰ ਲੈ ਕੇ ਸਾਡਾ ਇੰਨਾ ਜ਼ਿਆਦਾ ਇੰਟਰਸਟ ਹੁੰਦਾ ਹੈ, ਇੰਨੀ ਓਬਸੈਸ਼ਨ ਹੁੰਦੀ ਹੈ ਵੀ ਤੁਸੀਂ ਕਹੋਗੇ ਵੀ ਯਾਰ ਭਾਵੇਂ ਮੈਨੂੰ ਸੜਕ ਤੇ ਉੱਤੇ ਬਿਠਾ ਕੇ ਪੜ੍ਹਾ ਦਿਓ ਪਰ ਮੈਂ ਪੜ੍ਹਨਾ ਹੀ ਆਟੋਮੋਬਾਈਲ ਇੰਜੀਨੀਅਰਿੰਗ ਹੈ, ਜਾਂ ਮੈਨੂੰ ਤੁਸੀਂ ਫੱਟੇ ਤੇ ਬਿਠਾ ਦਿਓ ਮੈਂ ਤਾਂ ਕਰਨੀ ਲਾਅ ਹੈ। ਜੇ ਤਾਂ ਤੁਹਾਡੀ ਉਨੀ ਓਬਸੈਸ਼ਨ ਹੈ ਕਿਸੇ ਪਰਟੀਕੂਲਰ ਸਟਰੀਮ ਨੂੰ ਲੈ ਕੇ, ਫਿਰ ਤਾਂ ਗੱਲ ਵੱਖਰੀ ਹੈ, ਫਿਰ ਤਾਂ ਤੁਹਾਨੂੰ ਜਿੱਥੇ ਉਹ ਸਬਜੈਕਟ ਮਿਲਦਾ ਤੁਸੀਂ ਉੱਥੇ ਐਡਮਿਸ਼ਨ ਲੈ ਲਓ। ਬਟ ਅਦਰਵਾਈਜ਼ ਥੰਬ ਰੂਲ ਕੀ ਹੈ? ਥੰਬ ਰੂਲ ਇਹ ਹੈ ਵੀ ਸਾਨੂੰ ਬੈਸਟ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਹੈ। ਜੇ ਸਾਨੂੰ ਕੋਰਸ ਦੇ ਵਿੱਚ ਕੰਪਰੋਮਾਈਜ਼ ਵੀ ਕਰਨਾ ਪੈ ਗਿਆ, ਮੰਨ ਲਓ ਮੈਨੂੰ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ ਮੈਂ ਐਡਮਿਸ਼ਨ ਲੈਣੀ ਸੀ ਤੇ ਮੈਨੂੰ ਐਡਮਿਸ਼ਨ ਮਿਲ ਰਹੀ ਹੈ ਮੰਨ ਲਓ ਇਲੈਕਟ੍ਰੀਕਲ ਦੇ ਵਿੱਚ ਜਾਂ ਫਿਰ ਕਮਿਊਨੀਕੇਸ਼ਨ ਦੇ ਵਿੱਚ, ਬੈਸਟ ਯੂਨੀਵਰਸਿਟੀ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਇੱਕ ਤੁਸੀਂ ਕਲਚਰ ਦੇ ਵਿੱਚ ਗਏ ਹੋ, ਉੱਥੇ ਦਾ ਇੱਕ ਐਕੈਡੈਮਿਕ ਕਲਚਰ ਹੈ, ਉੱਥੇ ਇੱਕ ਲੈਵਲ ਦੇ ਸਟੂਡੈਂਟਸ ਨੇ, ਇੱਕ ਲੈਵਲ ਦੇ ਪ੍ਰੋਫੈਸਰਸ ਨੇ, ਇੱਕ ਲੈਵਲ ਦੀ ਉੱਥੇ ਕੰਪਨੀਜ਼ ਆ ਰਹੀਆਂ ਨੇ, ਇੰਡਸਟਰੀ ਦਾ ਤੇ ਉਸ ਯੂਨੀਵਰਸਿਟੀ ਦਾ ਕੋਈ ਤਾਲਮੇਲ ਬੈਠਿਆ ਹੋਇਆ ਹੈ, ਉੱਥੇ ਇੱਕ ਓਰੀਜਨਲ ਵਰਕ ਦੀ ਐਪਰੀਸੀਏਸ਼ਨ ਹੈ। ਜਿਹੜੇ ਤੁਹਾਡੇ ਪੁਰਾਣੇ ਸੀਨੀਅਰਸ ਹੁੰਦੇ ਨੇ ਉਹ ਇੰਡਸਟਰੀ ਦੇ ਵਿੱਚ ਹਾਈ-ਫਾਈ ਪੋਸਟਾਂ 'ਤੇ ਲੱਗੇ ਹੁੰਦੇ ਨੇ ਐਂਡ ਸੋ ਔਨ। ਅਤੇ ਜੇ ਕਦੇ ਵੀ ਇਹ ਵਾਲਾ ਕੁਐਸਚਨ, ਬੜਾ ਡਿਫੀਕਲਟ ਕੁਐਸਚਨ ਹੈ ਇਹ, ਜੇ ਕਦੇ ਵੀ ਇਹ ਵਾਲਾ ਕੁਐਸਚਨ ਬੱਚੇ ਦੇ ਜਾਂ ਪੇਰੈਂਟਸ ਦੇ ਵਿੱਚ ਆ ਰਿਹਾ ਵੀ ਯਾਰ ਇਹਨੂੰ ਇੱਥੇ ਐਡਮਿਸ਼ਨ ਮਿਲ ਰਹੀ ਹੈ ਪਰ ਇਹ ਕਾਲਜ ਨਹੀਂ ਵਧੀਆ, ਇਹ ਯੂਨੀਵਰਸਿਟੀ ਬਹੁਤ ਵਧੀਆ ਪਰ ਇੱਥੇ ਕੋਰਸ ਨਹੀਂ ਮੈਨੂੰ ਸ਼ੋਰ,
ਤਾਂ ਮੈਂ ਪਰਸਨਲੀ ਜੇ ਕੋਰਸ ਨੂੰ ਲੈ ਕੇ ਬੱਚਾ ਬਹੁਤ ਜ਼ਿਆਦਾ ਆਬਸੈਸ ਨਹੀਂ ਹੈ ਤਾਂ ਫਿਰ ਬੈਟਰ ਯੂਨੀਵਰਸਿਟੀ ਦੇ ਵਿੱਚ ਜਾਣਾ ਹਮੇਸ਼ਾ ਜ਼ਰੂਰੀ ਹੈ, ਉਹ ਬੈਟਰ ਰਹਿੰਦਾ ਹੈ। ਇਸੇ ਕਰਕੇ ਮੈਂ ਆਪਣੇ ਜਿਹੜੇ ਅਸੀਂ ਲਾਅ ਵਾਲੀ ਗੱਲ ਕਰ ਰਹੇ ਸੀ ਉਹਦੇ ਵਿੱਚ ਵੀ ਮੈਂ ਤਾਂ ਹੀ ਕਿਹਾ ਵੀ ਬੱਚੇ ਨੂੰ ਤੁਸੀਂ ਤਿਆਰੀ ਕਲੈਟ ਦੀ ਕਰਾਓ ਤਾਂ ਕਿ ਉਹ ਲਾਅ ਕਰੇ ਤਾਂ ਨੈਸ਼ਨਲ ਲਾਅ ਯੂਨੀਵਰਸਿਟੀ ਬੈਂਗਲੌਰ ਤੋਂ ਕਰੇ, ਲਾਅ ਕਰੇ ਤਾਂ ਨੈਸ਼ਨਲ ਨਾਲਸਾ ਹੈਦਰਾਬਾਦ ਤੋਂ ਕਰੇ, ਮੋਹਾਲੀ ਤੁਸੀਂ ਪੰਜਾਬ 'ਚ ਪੜ੍ਹਾਉਣਾ ਆਰਮੀ ਇੰਸਟੀਚਿਊਟ ਲਾਅ ਦੇ ਥਰੂ ਕਰੇ। ਬੈਸਟ ਯੂਨੀਵਰਸਿਟੀ ਦੇ ਵਿੱਚ ਬੰਦਾ ਜਦੋਂ ਜਾਂਦਾ ਹੈ ਉਹ 4-5 ਸਾਲ ਜਿਹੜੇ ਬੱਚੇ ਦੇ ਨੇ ਉਹਦਾ ਪ੍ਰੋਪਰ ਐਕਸਪੋਜ਼ਰ, ਉਹਦਾ ਮਾਈਂਡ ਸਾਰਾ ਕੁਝ ਓਪਨ ਕਰਦੇ ਨੇ। ਤਾਂ ਮੇਰੀ ਤੁਹਾਨੂੰ ਵੀ ਇਹ ਸਲਾਹ ਉਹਨਾਂ ਨੂੰ ਤੁਸੀਂ ਮੈਸੇਜ ਦਿਓ ਮੇਰਾ ਕਿ ਗੋ ਫॉर ਗੁੱਡ ਯੂਨੀਵਰਸਿਟੀ। ਬਿਲਕੁਲ ਸਰ, ਹੁਣ ਕਿਉਂਕਿ ਇਹਨਾਂ ਨੇ ਕਲੈਰਿਟੀ ਆਪਣੇ ਵੱਲੋਂ ਕਰਤੀ ਕਿ ਯੂਨੀਵਰਸਿਟੀ ਨੂੰ ਜੇ ਤੁਸੀਂ ਪ੍ਰੈਫਰੈਂਸ ਦਿੰਦੇ ਹੋ ਤੇ ਕਿਵੇਂ ਤੁਹਾਡਾ ਐਕਸਪੋਜ਼ਰ ਜਿਹੜਾ ਹੈ ਉਹ ਵਾਈਡ ਹੋ ਸਕਦਾ ਹੈ। ਤੇ ਸਰ ਜਾਣ ਤੋਂ ਪਹਿਲੇ ਤੁਹਾਡੇ ਵੱਲੋਂ ਕੁਝ 골ਡਨ ਵਰਡਸ ਜੋ ਕਲੈਟ ਦੇ ਹੁਣ ਐਸਪਾਇਰਿੰਗ ਸਟੂਡੈਂਟਸ ਹੋਣਗੇ ਜੋ ਚਾਹੁੰਦੇ ਨੇ ਕਿ ਹੁਣ ਉਹ ਕਲੈਟ ਦੀ ਤਿਆਰੀ ਜਿਹੜੀ ਅੱਜ ਤੋਂ ਸ਼ੁਰੂ ਕਰ ਦੇਣ। ਬਿਲਕੁਲ ਦੇਖੋ, ਜੇ ਤਾਂ ਤੁਸੀਂ 12ਵੀਂ ਦੇ ਵਿੱਚੋਂ ਜੇ ਬੱਚੇ ਸਟੂਡੈਂਟਸ 12th ਦੇ ਵਿੱਚ ਨੇ ਤੇ ਉਹਨਾਂ ਨੇ ਇਸ ਸਾਲ ਕਲੈਟ ਦਾ ਪੇਪਰ ਦੇਣਾ ਹੈ, ਪਹਿਲੀ ਚੀਜ਼ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਪੈਟਰਨ ਚੇਂਜ ਹੋਇਆ ਤੇ ਬੱਚਿਆਂ ਨੂੰ ਨਵੇਂ ਪੈਟਰਨ ਦੇ ਹਿਸਾਬ ਨਾਲ ਤਿਆਰੀ ਕਰਨ ਦੀ ਬਹੁਤ ਲੋੜ ਹੈ। ਤੁਹਾਨੂੰ ਕਿੰਨਾ ਆਂਦਾ ਹੈ ਇਹ ਜ਼ਰੂਰੀ ਨਹੀਂ ਹੈਗਾ ਮੈਨੂੰ ਗੱਡੀ ਚਲਾਉਣੀ ਆਉਂਦੀ ਹੈ ਪਰ ਮੈਨੂੰ ਇਹ ਨਹੀਂ ਦਿੱਲੀ ਦਾ ਰਾਹ ਹੀ ਨਹੀਂ ਪਤਾ ਮੈਂ ਕਿਵੇਂ ਪਹੁੰਚ ਜਾਵਾਂਗਾ। ਤੇ ਜੇ ਭਾਵੇਂ ਤੁਹਾਨੂੰ ਮੈਥਸ ਆਉਂਦਾ ਹੈ, ਇੰਗਲਿਸ਼ ਆਉਂਦੀ ਹੈ, ਪਰ ਜੇ ਤੁਹਾਨੂੰ ਪੇਪਰ ਦਾ ਪੈਟਰਨ ਹੀ ਨਹੀਂ ਪਤਾ ਤੁਸੀਂ ਉਸ ਐਗਜ਼ਾਮ ਵਾਲੇ ਦਿਨ ਸਟਰਗਲ ਕਰੋਗੇ। ਤਾਂ ਜੇ 12ਵੀਂ ਦੇ ਬੱਚੇ ਹੈ ਉਹਨਾਂ ਲਈ ਮੈਸੇਜ ਹੈ ਮੇਰਾ ਵੀ ਉਹ ਪੈਟਰਨ ਨੂੰ ਸਟੱਡੀ ਕਰਨ। ਜੇ 11ਵੀਂ ਦੇ ਬੱਚੇ ਨੇ ਉਹਨਾਂ ਨੂੰ ਮੇਰਾ ਇਹੀ ਅਗੇਨ ਸਲਾਹ ਹੈ ਕਿ ਬੈਸਟ ਯੂਨੀਵਰਸਿਟੀ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਤੇ ਤਿਆਰੀ ਆਪਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜਿਹੜੇ ਪੇਰੈਂਟਸ ਜਿਨ੍ਹਾਂ ਦੇ ਬੱਚੇ 9ਵੀਂ 10ਵੀਂ ਦੇ ਵਿੱਚ ਨੇ ਉਹਨਾਂ ਨੂੰ ਇਹੀ ਸਲਾਹ ਹੈ ਕਿ 2 ਸਾਲ ਬੱਚਿਆਂ ਨੂੰ ਕਾਲਜ ਦੇ ਵਿੱਚ ਥੋੜ੍ਹੇ ਸਿੰਪਲ ਸਬਜੈਕਟ, ਸਕੂਲ ਦੇ ਵਿੱਚ 11ਵੀਂ 12ਵੀਂ ਦੇ ਵਿੱਚ ਜੇ ਤੁਸੀਂ ਲਾਅ ਹੀ ਕਰਾਉਣੀ ਹੈ ਸਿੰਪਲ ਸਬਜੈਕਟਸ ਦਿਵਾਓ ਤੇ ਪੜ੍ਹਨ ਉਹ ਭਾਵੇਂ 40 ਘੰਟੇ ਹੀ ਹਫਤੇ 'ਚ, ਪਰ ਉਹ ਆਪਣੇ ਕੰਪੀਟੀਸ਼ਨ ਦੇ ਲਈ ਪੜ੍ਹਨ ਸੋ ਦੈਟ ਕਿ ਉਹਨਾਂ ਦੇ 12ਵੀਂ ਦੇ ਵਿੱਚ ਵੀ ਹਾਈ ਫਾਈ ਨੰਬਰ ਆਏ ਹੋਏ ਨੇ ਤੇ ਉਹ ਆਪਣਾ ਬੈਸਟ ਕਾਲਜ ਦੇ ਵਿੱਚ ਜਾ ਕੇ ਵਕਾਲਤ ਵੀ ਕਰਦੇ ਨੇ। ਬਿਲਕੁਲ ਸਰ, ਬਹੁਤ ਹੀ ਕਲੈਰਿਟੀ ਦੇ ਨਾਲ ਤੁਸੀਂ ਕਲੈਟ ਬਾਰੇ ਜਾਣਕਾਰੀ ਦਿੱਤੀ ਹੈ, ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤੇ ਅਗਲੇ ਹਫਤੇ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਪੰਜਾਬ ਗਵਰਨਮੈਂਟ ਜੌਬਸ, ਭਾਵੇਂ ਉਹ ਪਟਵਾਰੀ ਹੋਵੇ ਜਾਂ PCS ਹੋਵੇ, ਕਿਵੇਂ ਤੁਸੀਂ ਕਰੈਕ ਕਰ ਸਕਦੇ ਹੋ ਇਸ ਬਾਰੇ ਪੂਰੀ ਡਿਟੇਲ 'ਚ ਜਾਣਕਾਰੀ ਤੁਹਾਨੂੰ ਮਿਲੇਗੀ। ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਇਸ ਉੱਤੇ ਕਾਲ ਕਰਨੀ ਜੇ ਤੁਸੀਂ ਆਪਣੀ ਕੁਐਰੀ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੇ ਕਾਲ ਕਰਨਾ ਭੁੱਲਿਓ ਨਾ, ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ chetanbharat.com ਤੇ ਹਰ ਸ਼ਨੀਵਾਰ ਸ਼ਾਮੀ 6:30 ਵਜੇ ਆਪਣੇ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਵੇਖਣਾ ਭੁੱਲਿਓ ਨਾ ਚੇਤਨ ਭਾਰਤ ਸਟੱਡੀ ਐਕਸਪਰਟ ਟਾਕ। ਦਿਓ ਇਜਾਜ਼ਤ, ਰੱਬ ਰਾਖਾ।